प्राकृतिक आपदा की वजह से एमपी के किसानों का नुकसान हुआ है। आज इस कार्यक्रम में मध्य प्रदेश के ऐसे 35 लाख किसानों के बैंक खातों में 1600 करोड़ रुपए ट्रांसफर किए जा रहे हैं। बहुत ही सत्कारयोग मानयोग प्रधानमंत्री जी, आप जी ने मध्य प्रदेश के किसानों ਨੂੰ ਸੰਬੋਧਿਤ ਹੋ ਕੇ बहुत ਸਾਰੀਆਂ ਗੱਲਾਂ ਕੀਤੀਆਂ ਹੈ, ਜਿਹਦੇ ਵਿੱਚ ਤੁਸੀਂ ਇੱਕ ਗੱਲ ਇਹ ਬਹੁਤ ਵਧੀਆ ਕੀਤੀ ਹੈ ਕਿ ਅਸੀਂ 1600 ਕਰੋੜ ਰੁਪਈਆ 35 ਲੱਖ ਕਿਸਾਨਾਂ ਦੇ ਵਿੱਚ ਵੰਡਣ ਦਾ ਯਤਨ ਕੀਤਾ, ਵੰਡਿਆ ਹੈ ਔਰ ਜਿਨ੍ਹਾਂ ਉਹਨਾਂ ਕਿਸਾਨਾਂ ਨੂੰ ਵੰਡਿਆ ਜਿਨ੍ਹਾਂ ਦੀ ਗੜੇਮਾਰੀ ਨਾਲ ਫਸਲ ਮਰੀ ਹੈ। ਸ਼੍ਰੀਮਾਨ ਜੀ, ਇਹਨੂੰ ਡਿਵਾਈਡ ਕਰਕੇ ਵੇਖਿਓ ਭਲਾ, ਇੱਕ ਪਰਿਵਾਰ ਨੂੰ ਲਗਭਗ 4571 ਰੁਪਏ ਵੰਡੇ ਆ ਰਹੇ ਨੇ ਤੇ ਇੱਕ ਪਰਿਵਾਰ ਨੂੰ ਜੇਕਰ ਕਣਕ ਦਾ ਆਟਾ ਮੁੱਲ ਲੈਣਾ ਪੈ ਗਿਆ, ਜਦੋਂ ਫਸਲ ਮਰ ਗਈ ਆਟਾ ਕਣਕ ਦਾ ਮੁੱਲ ਲੈਣੀ ਪਏਗੀ ਨਾ, ਤੇ ਜਦੋਂ ਕਣਕ ਦਾ ਆਟਾ ਅੱਜ ਦੇ ਭਾਵਾਂ ਦੇ ਮੁਤਾਬਕ ਮੁੱਲ ਲੈਣਾ ਪੈ ਗਿਆ ਨਾ, ਤੇ ਇਹ ਵੱਧ ਤੋਂ ਵੱਧ 1.5 ਕੁਇੰਟਲ ਆਟਾ ਅੱਜ ਦੇ ਭਾਅ ਮੁਤਾਬਕ ਆਉਣਾ ਹੈ ਤੇ ਕਿਸਾਨ ਨੂੰ ਫਸਲ 6 ਮਹੀਨੇ ਬਾਅਦ ਆਉਣੀ ਹੈ। ਬਾਕੀ ਖਰਚੇ ਕਿਸਾਨ ਕਿੱਥੋਂ ਪੂਰੇ ਕਰੇਗਾ? ਇਹ ਕਿਹੜੇ ਹਿਸਾਬ ਦੇ ਨਾਲ ਤੁਸੀਂ ਮਤਲਬ ਬਹੁਤ ਜ਼ਿਆਦਾ ਆਪਣੇ ਆਪ ਨੂੰ ਇਹ ਵਿਖਾ ਰਹੇ ਹੋ ਕਿ ਬਹੁਤ ਸਾਰਾ ਅਸੀਂ ਕਿਸਾਨਾਂ ਦਾ ਭਲਾ ਕਰਤਾ, ਬਹੁਤ ਕੁਝ ਕਿਸਾਨਾਂ ਨੂੰ ਦੇਤਾ। ਇਹ ਨਹੀਂ ਸੋਚਿਆ ਕਿ ਕਿਸਾਨ ਦਾ ਬਾਕੀ ਸਮਾਂ, ਬਾਕੀ ਜ਼ਿੰਦਗੀ 6 ਮਹੀਨੇ ਦਾ ਸਮਾਂ ਕਿਵੇਂ ਲੰਘੇਗਾ। ਸ਼੍ਰੀਮਾਨ ਜੀ, ਇਹ 4571 ਰੁਪਈਆਂ ਦੇ ਨਾਲ 6 ਮਹੀਨਿਆਂ ਤੱਕ ਗੁਜ਼ਾਰਾ ਪਰਿਵਾਰ ਦਾ ਹੋ ਸਕਦਾ ਹੈ ਔਰ ਦੇਸ਼ ਦੇ ਆਮ ਲੋਕ ਸਾਰੇ ਕਿਸਾਨ ਪਰਿਵਾਰਾਂ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਦੱਸੋ ਕਿ ਇਹ ਹੋ ਸਕਦਾ ਹੈ? ਜੇ ਹੋ ਸਕਦਾ ਤਾਂ ਪ੍ਰਧਾਨ ਮੰਤਰੀ ਜੀ ਠੀਕ ਕਹਿੰਦੇ ਨੇ, ਜੇ ਨਹੀਂ ਹੋ ਸਕਦਾ ਤਾਂ ਘੱਟੋ ਘੱਟ ਪ੍ਰਧਾਨ ਮੰਤਰੀ ਜੀ ਤੋਂ ਇਹਦਾ ਸਵਾਲ ਦਾ ਇਸ ਸਵਾਲ ਦਾ ਜਵਾਬ ਤਾਂ ਪੁੱਛੋ कि ये कि तुसी ठीक कर रहे हो या गलत किया है। हमारी सरकार ने किसान क्रेडिट कार्ड की सुविधा देश के हर किसान के लिए उपलब्ध कराने के लिए हमने नियमों में भी बदलाव किया है। अब किसानों को खेती से जुड़े कामों के लिए आसानी से आवश्यक पूंजी मिल रही है। ਇਹ ਜਿਹੜਾ ਤੁਸੀਂ ਸਾਨੂੰ ਕ੍ਰੈਡਿਟ ਕਾਰਡ ਦਿੱਤਾ ਹੈ, ਇਹ ਕ੍ਰੈਡਿਟ ਕਾਰਡ ਕਿੱਡੀ ਕੁ ਵੱਡਾ ਮਾਰਕਾ ਚੀਜ਼ ਦੇਤੀ ਤੁਸੀਂ। ਕ੍ਰੈਡਿਟ ਕਾਰਡ ਦਾ ਮਤਲਬ ਆ ਕਰਜ਼ਾ। ਲੋੜ ਹੈ, ਤੁਸੀਂ ਪ੍ਰਧਾਨ ਮੰਤਰੀ ਹੋ, ਤੁਸੀਂ ਸਰਕਾਰ ਹੋ ਕਿ ਕਿਸਾਨ ਨੂੰ ਸਮਰੱਥ ਕਰੋ, ਕਿਸਾਨ ਨੂੰ ਕਰਜ਼ਾ ਚੱਕਣਾ ਹੀ ਨਾ ਪਵੇ। ਲੋੜ ਇਹ ਗੱਲ ਕਰਨ ਦੀ ਸੀ, ਨਾ ਕਿ ਸਾਨੂੰ ਕਰਜ਼ਾ ਦੇਣ ਦੀ ਲੋੜ ਸੀ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਪਹਿਲੀਆਂ ਸਰਕਾਰਾਂ ਨਹੀਂ ਦਿੰਦੀਆਂ ਸੀ, ਇਹ ਤੇ ਬਹੁਤ ਲੰਬੇ ਸਮੇਂ ਤੋਂ ਇਹ ਪ੍ਰਕਿਰਿਆ ਚੱਲੀ ਆ ਰਹੀ ਹੈ ਸਾਨੂੰ ਕਰਜ਼ਾਈ ਕਰਨ ਵਾਸਤੇ, ਕਰਜ਼ਾ ਦੇਣ ਦੀ। ਵੱਖ-ਵੱਖ ਸਰਕਾਰਾਂ ਨੇ ਸਾਨੂੰ ਇਹ ਕ੍ਰੈਡਿਟ ਕਾਰਡ ਕਦੇ ਕਿਸੇ ਨਾਂ ਥੱਲੇ, ਕਦੇ ਕਿਸੇ ਨਾਂ ਥੱਲੇ ਇਹ ਕਰਜ਼ਾ ਦਿੱਤਾ ਗਿਆ, ਜਿਹੜਾ ਕਰਜ਼ਾ ਅੱਜ ਕਿਸਾਨਾਂ ਲਈ ਖੁਦਕਸ਼ੀ ਦਾ ਕਾਰਨ ਬਣਿਆ ਹੋਇਆ ਹੈ। ਇਹ ਕਰਜ਼ਾ ਤੁਸੀਂ ਸਾਨੂੰ ਹੋਰ ਦੇ ਰਹੇ ਹੋ। ਇਹ ਕਿੱਡੀ ਕੁ ਵੱਡੀ ਸਾਨੂੰ ਤੁਸੀਂ ਨਿਆਮਤ ਚੀਜ਼ ਦੇ ਰਹੇ ਹੋ ਕਿ ਬਹੁਤ ਵੱਡੀ ਚੀਜ਼ ਦੇਤੀ ਕਿਸਾਨਾਂ ਨੂੰ। ਸੋ ਕਿਰਪਾ ਕਰਕੇ ਕਿਸਾਨਾਂ ਨੂੰ ਸਮਰੱਥ ਕਰਨ ਦਾ ਯਤਨ ਕਰੋ, ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਭਾਅ ਦਿਓ ਤਾਂ ਕਿ ਕਿਸਾਨ ਸਮਰੱਥ ਹੋ ਜਾਣ, ਉਹਨਾਂ ਨੂੰ ਕਰਜ਼ਾ ਲੈਣਾ ਹੀ ਨਾ ਪਵੇ। मैं खुद बोल रहा हूं कि भाई आपको कानून में किस क्लॉज में क्या दिक्कत है बताइए, जो भी दिक्कत है वो आप बताइए। ਆਪ ਜੀ ਨੇ ਆਪਣੇ ਸੰਬੋਧਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਕਿਸਾਨਾਂ ਨੂੰ ਇਹਨਾਂ ਕਾਨੂੰਨਾਂ ਦੇ ਵਿੱਚ ਪ੍ਰੋਬਲਮ ਕੀ ਹੈ, ਮੁਸ਼ਕਲ ਕੀ ਹੈ, ਸਮੱਸਿਆ ਕੀ ਹੈ। ਤੇ ਮੈਂ ਆਪ ਜੀ ਨੂੰ ਵੀ ਦੱਸਣਾ ਚਾਹੁੰਦਾ ਤੇ ਹੋਰ ਲੋਕ ਕਿਸਾਨ ਪਰਿਵਾਰਾਂ ਨੂੰ ਵੀ ਦੱਸਣਾ ਚਾਹੁੰਦਾ ਹੈ ਕਿ ਸਮਝਿਓ ਕਿ ਇਹਦੇ ਵਿੱਚ ਨੁਕਸ ਕੀ ਹੈ, ਇਹਦੇ ਵਿੱਚ ਪ੍ਰੋਬਲਮ ਕੀ ਹੈ ਕਾਨੂੰਨਾਂ 'ਚ। ਸਭ ਤੋਂ ਪਹਿਲੀ ਪ੍ਰੋਬਲਮ ਇਹ ਹੈ ਕਿ ਇਹਨਾਂ ਕਾਨੂੰਨਾਂ ਦੇ ਰਾਹੀਂ ਰਾਜਾਂ ਦੇ ਅਧਿਕਾਰਾਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਗਈ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਭਾਰਤ ਸਰਕਾਰ ਵੱਲੋਂ। ਪਹਿਲਾ ਸਭ ਤੋਂ ਪਹਿਲਾ ਨੁਕਸ ਇਹ ਹੈ। ਦੂਸਰਾ ਨੁਕਸ ਇਹ ਹੈ ਇਹਦੇ ਵਿੱਚ ਕਿ ਤੁਸੀਂ ਸਰਕਾਰੀ ਮੰਡੀ ਦੇ ਪੈਰਲਰ ਮੰਡੀ ਬਣਾਉਣ ਦਾ ਯਤਨ ਕਰ ਰਹੇ ਹੋ। ਕਿਉਂ ਨਹੀਂ ਸਰਕਾਰੀ ਮੰਡੀ ਦੇ ਵਿੱਚ ਹੀ ਪ੍ਰਾਈਵੇਟ ਪਲੇਅਰ ਨੂੰ ਫਸਲ ਖਰੀਦਣ ਲਈ ਕਿਹਾ ਜਾਂਦਾ? ਬੜਾ ਚੰਗਾ ਹੁੰਦਾ ਇਹ ਪ੍ਰਾਈਵੇਟ ਮੰਡੀ ਬਰਾਬਰ ਮੰਡੀ ਬਣਾਉਣ ਦੀ ਬਜਾਏ, ਪੈਰਲਰ ਮੰਡੀ ਬਣਾਉਣ ਦੀ ਬਜਾਏ ਜੇ ਕਿਤੇ ਇਹ ਕੀਤਾ ਹੁੰਦਾ ਕਿ ਪ੍ਰਾਈਵੇਟ ਪਲੇਅਰ ਜਾ ਕੇ ਮੰਡੀ ਦੇ ਵਿੱਚੋਂ ਹੀ ਫਸਲ ਖਰੀਦਣ ਔਰ ਉਹ ਵੀ ਐਮਐਸਪੀ ਤੋਂ ਉੱਪਰ ਜਾ ਕੇ ਖਰੀਦਣ, ਘੱਟ ਨਾ ਖਰੀਦਣ।
ਜਿਹੜਾ ਐਮਐਸਪੀ ਤੋਂ ਘੱਟ ਰੇਟ ਤੇ ਖਰੀਦੇ ਉਹਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਹੁੰਦੀ ਤਾਂ ਮੰਨ ਲੈਂਦੇ ਚੰਗਾ। ਤੁਸੀਂ ਉਹਨੂੰ ਪ੍ਰਾਈਵੇਟ ਮੰਡੀ ਦੇ ਕੇ ਕੀ ਕੀਤਾ ਹੈ? ਇਹ ਪ੍ਰਾਈਵੇਟ ਮੰਡੀ ਦੇ ਵਿੱਚੋਂ ਵਪਾਰੀ ਮਾਲ ਖਰੀਦੇਗਾ, ਕਿਸਾਨ ਨੂੰ 2 ਸਾਲ ਵਾਸਤੇ ਵੱਧ ਰੇਟ ਦੇਵੇਗਾ। ਇਹ ਪਤਾ ਸਾਨੂੰ, ਅਸੀਂ ਸਮਝਦੇ ਹਾਂ, ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪ੍ਰਾਈਵੇਟ ਵਪਾਰੀ ਕਿਸਾਨਾਂ ਨੂੰ ਵੱਧ ਰੇਟ ਦੇਵੇਗਾ 2 ਸਾਲ ਲਈ। ਜਿਵੇਂ ਕਿ ਸਾਡੇ ਸਾਹਮਣੇ ਹੈ ਕਿ ਤੁਹਾਡੇ ਜੀਓ ਨੇ ਦੂਸਰੇ ਸਾਰੀਆਂ ਕੰਪਨੀਆਂ ਨੂੰ ਮਾਰਨ ਵਾਸਤੇ ਇੱਕ ਐਲਾਨ ਕੀਤਾ ਕਿ ਅਸੀਂ ਜੀਓ ਸਿਮ ਵੀ ਫ੍ਰੀ ਤੇ ਜੀਓ ਡਾਟਾ ਵੀ ਫ੍ਰੀ ਦੇਵਾਂਗੇ, ਔਰ ਦਿੱਤਾ ਕੁਝ ਸਮਾਂ। ਲੇਕਿਨ ਜਿਸ ਵੇਲੇ ਦੂਸਰੀਆਂ ਕੰਪਨੀਆਂ ਦਾ ਲੱਕ ਤੋੜ ਲਿਆ ਗਿਆ, ਜਿਸ ਵੇਲੇ ਸੈਲਵਨ ਵਰਗੀਆਂ ਸਾਡੀਆਂ ਸਰਕਾਰੀ ਕੰਪਨੀਆਂ ਦਾ ਲੱਕ ਤੋੜ ਲਿਆ ਗਿਆ, ਉਸ ਵੇਲੇ ਰੇਟ ਸਮਾਨੀ ਚੜਿਆ। ਤਾਂ ਜਦੋਂ ਉਹਦਾ ਲੱਕ ਤੋੜਿਆ ਤੁਸੀਂ, ਸਾਡੀਆਂ ਕੰਪਨੀਆਂ ਨੇ, ਉਸੇ ਤਰ੍ਹਾਂ ਇਹਨਾਂ ਕੰਪਨੀਆਂ ਨੇ, ਪ੍ਰਾਈਵੇਟ ਪਲੇਅਰ ਨੇ ਆ ਕੇ ਸਾਡੀ ਸਰਕਾਰੀ ਮੰਡੀ ਦਾ ਲੱਕ ਤੋੜਨਾ ਹੈ। ਜਦੋਂ ਕਿਸਾਨਾਂ ਨੂੰ ਫਸਲ ਦਾ ਰੇਟ 2 ਸਾਲ ਲਈ ਵੱਧ ਦਿੱਤਾ ਗਿਆ ਤੇ ਅੰਦਰ ਬੈਠਾ ਵਪਾਰੀ ਦਾ ਢਾਂਚਾ, ਜਿਹੜਾ ਮੰਡੀ ਦਾ ਜਿੰਨਾ ਸਿਸਟਮ ਹੈ, ਸਾਰਾ 2 ਸਾਲ ਦੇ ਵਿੱਚ ਤਹਿਸ਼-ਨਹਿਸ਼ ਹੋ ਜਾਊਗਾ, ਬਰਬਾਦ ਹੋ ਜਾਊਗਾ। 1 ਨੰਬਰ 2 ਕਿ ਇਹ ਕੁਝ ਸਮੇਂ ਬਾਅਦ ਸਰਕਾਰਾਂ ਇਹ ਫੈਸਲੇ ਲੈ ਸਕਦੀਆਂ ਕਿ ਨਾ ਤਾਂ ਮੰਡੀ ਬੋਰਡ ਦੇ ਥਰੂ ਕੋਈ ਦਾਣਾ ਵਿਕਿਆ ਹੈ ਤੇ ਨਾ ਹੀ ਐਫਸੀਆਈ ਨੇ ਕੋਈ ਦਾਣਾ ਖਰੀਦਿਆ ਹੈ। ਕਿਸਾਨ ਸੈਟੀਸਫਾਈ ਨੇ, ਵੱਧ ਰੇਟ ਦੇ ਉੱਤੇ ਫਸਲਾਂ ਵੇਚ ਰਹੇ ਨੇ, ਕਿਸਾਨ ਖੁਸ਼ ਨੇ। ਉਸ ਗੱਲ ਨੂੰ ਮੁੱਖ ਰੱਖ ਕੇ ਇਹ ਦੋਨੇ ਹੀ ਅਦਾਰੇ ਸਰਕਾਰ ਖਤਮ ਕਰੇਗੀ ਤੇ ਜਦੋਂ ਇਹ ਅਦਾਰੇ ਖਤਮ ਹੋਏ ਉਸ ਵੇਲੇ ਫਿਰ ਪ੍ਰਾਈਵੇਟ ਲੋਕਾਂ ਦੀ, ਪ੍ਰਾਈਵੇਟ ਪਲੇਅਰ ਦੀ ਮਨ ਮਰਜ਼ੀ ਹੋਏਗੀ, ਉਹ ਆਪਣੀ ਮਰਜ਼ੀ ਦੇ ਰੇਟ ਦੇਗਾ। ਜਿਸ ਤਰ੍ਹਾਂ ਅੱਜ ਬਿਹਾਰ ਦੇ ਵਿੱਚ ਦਿੱਤਾ ਜਾ ਰਿਹਾ ਹੈ, ਸਾਡੇ ਬਿਹਾਰ ਦੇ ਕਿਸਾਨਾਂ ਦਾ ਜਿਹੜੀ ਫਸਲ ਹੈ ਉਹ ਲਗਭਗ 800-900 ਰੁਪਏ ਕੁਇੰਟਲ ਇਹੀ ਝੋਨਾ ਵਿਕ ਰਿਹਾ ਹੈ, ਔਰ ਇਹੀ ਝੋਨਾ ਆ ਕੇ ਪੰਜਾਬ ਦੇ ਵਿੱਚ ਵੱਧ ਰੇਟ ਦੇ ਉੱਤੇ ਇਸ ਕਰਕੇ ਤੁਲਦਾ ਹੈ ਕਿਉਂਕਿ ਇੱਥੇ ਆ ਕੇ ਕਿਸਾਨ ਨੂੰ ਮਤਲਬ ਐਮਐਸਪੀ ਮਿਲਦੀ ਹੈ, ਸਰਕਾਰੀ ਰੇਟ ਮਿਲਦਾ, ਤਾਂ ਇੱਥੇ ਆ ਕੇ ਤੁਲਦਾ ਹੈ। ਇਹਨੂੰ ਤੁਸੀਂ ਖਤਮ ਕਰਨ ਵਾਸਤੇ ਪੈਰਲਰ ਮੰਡੀ ਬਣਾ ਰਹੇ ਹੋ। ਪੈਰਲਰ ਮੰਡੀ ਦੇ ਰਾਹੀਂ ਸਾਡੀ ਸਰਕਾਰੀ ਮੰਡੀ ਖਤਮ ਹੋਏਗੀ। ਦੂਸਰਾ ਵੱਡਾ ਨੁਕਸ ਇਹਦੇ 'ਚ ਇਹ ਹੈ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਜੇਕਰ ਪ੍ਰਾਈਵੇਟ ਵਪਾਰੀ, ਪ੍ਰਾਈਵੇਟ ਪਲੇਅਰ ਤੁਹਾਡੇ ਜਿਹੜਾ ਫਸਲ ਖਰੀਦਣ ਵਾਸਤੇ ਆਇਆ ਹੈ, ਅਗਰ ਉਹਦਾ ਤੇ ਕਿਸਾਨ ਦਾ ਡਿਸਪਿਊਟ ਬਣਦਾ ਹੈ ਤਾਂ ਕੋਰਟ ਨਹੀਂ ਜਾ ਸਕਦਾ। ਕਿਉਂ ਭਈ? ਕੋਰਟ ਜਾਣ ਦਾ ਰਸਤਾ ਕਿਉਂ ਬੰਦ ਕੀਤਾ ਗਿਆ? ਇਹ ਰਸਤਾ ਬੰਦ ਕਰਨ ਦੀ ਲੋੜ ਕੀ ਪੈ ਗਈ? ਜੇਕਰ ਤੁਸੀਂ ਚਾਹੁੰਦੇ ਸੀ ਨਾ ਕਿ ਕਿਸਾਨ ਨੂੰ ਛੇਤੀ ਨਿਆਂ ਮਿਲੇ, ਕਿਸਾਨ ਪਰੇਸ਼ਾਨ ਨਾ ਹੋਵੇ, ਤਾਂ ਮੇਰਾ ਖਿਆਲ ਹੈ ਤੁਸੀਂ ਹੋਰ ਵਿਵਸਥਾਵਾਂ ਕਰ ਸਕਦੇ ਸੀ। ਲੇਕਿਨ ਕੋਰਟ ਜਾਣ ਦਾ ਰਸਤਾ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਸੀ। ਕੋਰਟ ਜਾਣ ਦਾ ਰਸਤਾ ਬੰਦ ਕਰਨਾ ਹੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਬੂਤ ਹੈ ਕਿ ਦੇਸ਼ ਦੇ ਕਿਸਾਨਾਂ ਨੂੰ ਲੁੱਟਣ ਵਾਸਤੇ, ਲੁੱਟੇ ਜਾਣ ਵਾਸਤੇ ਪ੍ਰਾਈਵੇਟ ਪਲੇਅਰ ਦੇ ਹੱਥਾਂ ਦੇ ਵਿੱਚ ਦੇਣ ਦੀ ਸਰਕਾਰਾਂ ਦੀ ਇਹ ਇਸ ਕਾਨੂੰਨ ਦੇ ਰਾਹੀਂ ਨੀਤੀ ਹੈ, ਔਰ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਲੁੱਟਿਆ ਜਾਣਾ ਸ਼੍ਰੀਮਾਨ ਜੀ। ਇਸ ਕਰਕੇ ਇਹ ਕਾਨੂੰਨਾਂ ਨੂੰ ਵਾਪਸ ਲੈਣਾ ਬਣਦਾ, ਵਾਪਸ ਲਓ। हमने फाइलों के ढेर में फेंक दी गई स्वामीनाथन कमेटी की रिपोर्ट बाहर निकाला और इसकी सिफारिशें लागू की। किसानों को लागत का 1.5 गुना एमएसपी हमने दिया। ਤੁਸੀਂ ਕਿਹਾ ਕਿ ਅਸੀਂ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਹੈ। ਬੜਾ ਦੁੱਖ ਹੋਇਆ ਇਹ ਸੁਣ ਕੇ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਝੂਠ ਬੋਲ ਲੈਂਦਾ ਹੈ। ਇਹ ਦੁੱਖ ਹੋਇਆ ਹੈ। ਤੁਸੀਂ ਆਪ ਯਾਦ ਕਰੋ ਪ੍ਰਧਾਨ ਮੰਤਰੀ ਜੀ, ਜਿਸ ਵੇਲੇ ਸੁਪਰੀਮ ਕੋਰਟ ਦੇ ਵਿੱਚ, ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਇੱਕ ਕੇਸ ਚੱਲ ਰਿਹਾ ਸੀ ਤੇ ਤੁਹਾਡੀ ਸਰਕਾਰ ਨੇ 2015 ਦੇ ਵਿੱਚ ਫਰੋਲੋ ਆਪਦੇ ਕਾਗਜ਼ ਉਦੋਂ ਇੱਕ ਐਫੀਡੇਵਿਟ ਦਿੱਤਾ ਹੈ, ਜਿਸ ਐਫੀਡੇਵਿਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਅਗਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਤੀ ਤਾਂ ਬਾਜ਼ਾਰ ਦੇ ਵਿੱਚ ਅਫੜਾ ਤਫੜੀ ਦਾ ਮਾਹੌਲ ਬਣ ਜੂ, ਦੇਸ਼ ਦੇ ਅੰਦਰ ਉਥਲ ਪੁਥਲ ਮਚ ਜੂ। ਇਹ ਕਿਹਾ ਸੀ ਤੁਸੀਂ। ਤੇ ਜਿਹੜੀ ਲਾਗੂ ਕਰਨ ਦੀ ਤੁਸੀਂ ਗੱਲ ਕਰਦੇ ਹੋ, ਜੇ ਸੱਚੀਓ ਲਾਗੂ ਕਰਤੀ ਤਾਂ ਫਿਰ ਇੱਕ ਕੰਮ ਹੋਰ ਕਰ ਦਿਓ, ਜੇ ਲਾਗੂ ਕੀਤੀ ਹੈ ਤਾਂ ਸਾਨੂੰ ਵੀ ਯਕੀਨ ਆ ਜੂ, ਘੱਟੋ ਘੱਟ ਨੋਟੀਫਿਕੇਸ਼ਨ ਤੇ ਜਾਰੀ ਕਰ ਦਿਓ। ਅਗਰ ਤੁਸੀਂ ਨੋਟੀਫਿਕੇਸ਼ਨ ਜਾਰੀ ਕਰ ਦਿਓਗੇ ਤਾਂ ਸਾਰੇ ਦੇਸ਼ ਦਾ ਕਿਸਾਨ ਮੰਨ ਜੂਗਾ ਤੁਹਾਡੀ ਗੱਲ ਕਿ ਸੱਚੀ ਹੈ। ਤੇ ਜੇ ਨੋਟੀਫਿਕੇਸ਼ਨ ਹੀ ਜਾਰੀ ਹੁੰਦਾ ਤਾਂ ਫਿਰ ਤੁਸੀਂ ਆਪਣੇ ਆਪ ਸਮਝ ਲਓ ਕੀ ਹੈ ਗੱਲ, ਤੇ ਦੇਸ਼ ਦੇ ਲੋਕੋ ਤੁਸੀਂ भी समझ लो कि प्रधानमंत्री जी इस गल दे विच कितनी सच्चाई है। हमारे देश में किसानों के साथ धोखाधड़ी का एक बहुत ही बड़ा उदाहरण है कांग्रेस सरकारों के द्वारा की गई कर्ज माफी। जब 2 साल पहले मध्य प्रदेश में चुनाव होने वाले थे तो कर्ज माफी का वायदा किया गया था। कहा गया था कि सरकार बनने के 10 दिन के भीतर
सारे किसानों का कर्ज माफ कर दिया जाएगा। ਕਿ ਤੁਸੀਂ ਕਿਹਾ ਹੈ ਕਿ ਐਮਪੀ ਦੇ ਵਿੱਚ ਦੂਸਰਿਆਂ ਤੇ ਦੋਸ਼ ਲਾਇਆ ਤੁਸੀਂ। ਮੈਂ ਕਹਿੰਦਾ ਚੰਗੇ ਨਹੀਂ ਹੋ, ਘੱਟੋ ਵੀ ਨਹੀਂ। ਜੇ ਉਹ ਚੰਗੇ ਹੁੰਦੇ ਤਾਂ ਦੇਸ਼ ਦਾ ਸ਼ਾਇਦ ਇਹ ਹਾਲ ਨਾ ਹੁੰਦਾ। ਅੱਜ ਉਹ ਸਾਡੇ ਤੇ ਕਾਨੂੰਨ ਅੱਜ ਥੋਪੇ ਜਾ ਰਹੇ ਨੇ, ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ ਬਣ ਕੇ ਆ ਰਹੇ ਨੇ, ਇਹ ਸਾਰਿਆਂ ਦੀ ਮਿਲੀ ਭੁਗਤ ਨਾਲ ਹੀ ਆ ਰਹੇ ਨੇ, ਕਸਰ ਕਿਸੇ ਨੇ ਨਹੀਂ ਛੱਡੀ। ਪਰ ਮੈਂ ਬੇਨਤੀ ਕਰਾਂ, ਤੁਹਾਡੀਆਂ ਵੀ ਵੀਡੀਓ ਬਹੁਤ ਲੋਕਾਂ ਕੋਲੇ ਪਈਆਂ ਜਿਹਦੇ 'ਚ ਇਹ ਕਿਹਾ ਕਿ पहली ही बैठक में पहला ही फैसला किसानों की कर्ज मुक्ति का होगा। ये याद कीजिए, आपकी वीडियो पड़ी है, बहुत लोगों के हाथों में आ चुकी है। ये आपने कर दिया? अगर नहीं कर दिया तो फिर आप अपने आप को देखें कि आपने क्या किया है। किसी की बात छोड़िए, वो अच्छे नहीं हैं। अगर आपने कर दिया होता तो हम मान लेते कि आप बहुत अच्छे हो। आपने भी नहीं किया तो फिर सभी देश के लोगों ये देखिए कि ये कर क्या रहे हैं। एक दूसरे को केवल दोषी ठहराने जोर देता हुआ। आज यूरिया की किल्लत की खबरें नहीं आती, यूरिया के लिए किसानों को लाठी नहीं खानी पड़ती। हमने किसानों की इस तकलीफ को दूर करने के लिए पूरी ईमानदारी से काम किया। आप जी ने एक गल कही है संबोधन ਦੇ ਵਿੱਚ ਕਿ यूरिया ਦਾ बहुत बुरा हाल ਸੀ। ਤੇ ਮੈਂ ਆਪ ਜੀ ਨੂੰ ਪੁੱਛਣਾ ਚਾਹਣਾ ਹੈ ਕਿ ਜਦੋਂ ਦਾ ਆਪ ਜੀ ਦੀ ਸਰਕਾਰ ਆਈ ਹੈ, ਇੱਕ ਗੱਲ ਮੈਂ ਫਿਰ ਕਲੀਅਰ ਕਰ ਦਿਆਂ ਕਿਤੇ ਮੇਰੀ ਇਸ ਗੱਲ ਨੂੰ ਐ ਨਾ ਮੰਨ ਲਿਓ ਪ੍ਰਧਾਨ ਮੰਤਰੀ ਜੀ ਕਿ ਅਸੀਂ ਕਾਂਗਰਸ ਤੇ ਮੋਹਰ ਲਾ ਰਹੇ ਹਾਂ ਵੀ ਕਾਂਗਰਸ ਠੀਕ ਹੈ। ਬਿਲਕੁਲ ਨਹੀਂ। ਕਾਂਗਰਸ ਵੀ ਬਹੁਤ ਲੁੱਟਿਆ, ਕਾਂਗਰਸ ਨੇ ਕਿਸਾਨਾਂ ਨੂੰ, ਦੇਸ਼ ਨੂੰ, ਪੂਰੇ ਨੂੰ। ਪਰ ਮੈਂ ਆਪ ਜੀ ਨੂੰ ਪੁੱਛਣਾ ਚਾਹਣਾ ਹੈ ਕਿ ਤੁਹਾਡੀ ਸਰਕਾਰ ਬਣਨ ਤੋਂ ਪਹਿਲਾਂ ਡੀਏਪੀ ਦਾ ਰੇਟ ਕੀ ਸੀ? ਆਪ ਜੀ ਦੀ ਸਰਕਾਰ ਬਣਨ ਤੋਂ ਬਾਅਦ ਡੀਏਪੀ ਦਾ ਰੇਟ ਕੀ ਆਇਆ? ਤੁਸੀਂ ਅੰਕੜੇ ਕਢਵਾ ਕੇ ਵੇਖੋ, ਤੁਹਾਨੂੰ ਪਤਾ ਲੱਗੂਗਾ ਕਿ ਕਿਸਾਨਾਂ ਨੂੰ ਲੁੱਟਿਆ ਕਿਵੇਂ ਗਿਆ ਹੈ। ਦੂਸਰੀ ਗੱਲ, ਵੱਡੀ ਪੱਧਰ ਦੇ ਉੱਤੇ ਕਿਸਾਨ ਨੂੰ ਡੀਜ਼ਲ ਦੀ ਲੋੜ ਪੈਂਦੀ ਹੈ ਖੇਤੀ ਲਈ, ਤੇ ਸ਼੍ਰੀਮਾਨ ਜੀ ਡੀਜ਼ਲ ਕਿਤੇ ਦੀ ਕਿਤੇ ਚਲਿਆ ਗਿਆ। ਜਿਹੜਾ ਡੀਜ਼ਲ ਕਦੇ 35-40 ਰੁਪਏ ਲੀਟਰ ਮਿਲਦਾ ਸੀ, ਉਹ ਡੀਜ਼ਲ ਆਪ ਜੀ ਦੀ ਸਰਕਾਰ ਦੇ ਦੌਰਾਨ ਹੀ, ਆਪ ਜੀ ਦੀ ਕਿਰਪਾ ਦੇ ਨਾਲ ਇੰਨਾ ਹੀ 4-6 ਸਾਲਾਂ ਦੇ ਵਿੱਚ ਅੱਜ 70-75 ਰੁਪਏ ਤੇ ਪਹੁੰਚ ਗਿਆ। ਇਹਨੂੰ ਕੀ ਮੰਨਾਂਗੇ? ਸਿਰਫ ਦੂਸਰੇ ਤੇ ਦੋਸ਼ ਲਾਉਣਾ। ਆਪਣੇ ਅੰਦਰ ਦੀ ਗਰੀਬਾਨ ਦੇ ਵਿੱਚ ਝਾਤੀ ਮਾਰ ਕੇ ਵੇਖੋ ਤੁਸੀਂ ਸਾਨੂੰ ਕੀ ਦਿੱਤਾ ਹੈ। ਤੁਸੀਂ ਦੇਸ਼ ਨੂੰ ਇਹ ਗੱਲਾਂ ਸਿੱਧ ਕਰਦੀਆਂ ਕਿ ਦੋਸ਼ ਲਾਉਣ ਦੀ ਬਜਾਏ ਕੁਝ ਭਲਾ ਕਰਨ ਦੇ ਬਾਰੇ ਸੋਚੋ। ਪ੍ਰਧਾਨ ਮੰਤਰੀ ਜੀ, ਇਹਨਾਂ ਗੱਲਾਂ ਵੱਲ ਧਿਆਨ ਦਿਓ ਜਿਹੜੀਆਂ ਬਹੁਤ ਲੋੜੀਂਦੀਆਂ। ਡੀਜ਼ਲ ਨੇ ਲੋਕਾਂ ਦਾ ਲੱਕ ਤੋੜਤਾ। ਡੀਜ਼ਲ ਲੈ ਕੇ ਲੋਕਾਂ ਦਾ ਖੇਤੀ ਕਰਨ ਦੀ ਕੋਈ हैसियत नहीं रही। सो ध्यान दो कृपा करके, और देशवासियों सोचो साडे प्रधानमंत्री जी कितना सच बोल रहे हैं। स्वामीनाथन कमेटी की रिपोर्ट को लागू करने का काम हमारी ही सरकार ने किया। अगर हमें एमएसपी हटानी होती तो स्वामीनाथन कमेटी की रिपोर्ट लागू ही क्यों करते भाई? आपने भी नहीं की थी, हम भी नहीं करते। हमने तो ऐसा नहीं किया, हमने तो लागू की। दूसरा, ये हमारी सरकार एमएसपी को लेकर इतनी गंभीर है कि हर बार बुवाई से पहले एमएसपी की घोषणा करती है। आप जी ने अपने संबोधन ਦੇ ਵਿੱਚ ਦੁਬਾਰਾ ਫਿਰ ਇਸ ਗੱਲ ਦੇ ਉੱਤੇ ਜ਼ੋਰ ਦੇ ਕੇ ਕਿਹਾ ਹੈ ਕਿ ਅਸੀਂ ਅਗਰ ਐਮਐਸਪੀ ਹਟਾਉਣੀ ਹੁੰਦੀ ਤਾਂ ਫਿਰ ਸਾਨੂੰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਕੀ ਲੋੜ ਸੀ। मैं फिर बेनती करदा कि अगर सचमुच स्वामीनाथन की रिपोर्ट लागू की है तो नोटिफिकेशन जारी करना बनता है। सरकार का फर्ज बनता कि नोटिफिकेशन जारी करे। दूसरी गल जिहड़ी तुसीं कह रहे हो कि एमएसपी अगर हटाउणी हुंदी तां की लोड़ पई सानूं, एमएसपी क्यों हटावांगे असीं? श्रीमान जी, तुहाडे ही कोल शांता कुमार की कमेटी की रिपोर्ट पई है जिहदे च जोर दे के कहा है कि फसलां खरीदण की पॉलिसी बंद करो। ਤੁਹਾਡੇ ਕੋਲ सीपीसी ਦੀ ਰਿਪੋਰਟ ਪਈ ਹੈ ਤੇ ਤੁਹਾਡੇ ਮਾਨਯੋਗ ਗਡਕਰੀ ਜੀ ਦਾ ਬਿਆਨ ਪਿਆ ਹੈ ਜਿਹਦੇ 'ਚ ਇਹ ਕਹਿ ਰਹੇ ਨੇ ਕਿ ਐਮਐਸਪੀ ਸਾਡੇ ਅਰਥ ਵਿਵਸਥਾ ਤੇ ਸਾਡੇ ਆਰਥਿਕ ਢਾਂਚੇ ਤੇ ਸਾਡੇ ਖਜ਼ਾਨੇ ਤੇ ਬਹੁਤ ਵੱਡਾ ਬੋਝ ਹੈ। ਐਮਐਸਪੀ ਤੋਂ ਘੱਟ ਰੇਟ ਦੇ ਉੱਤੇ ਸਾਨੂੰ ਸਾਡੀਆਂ ਫਸਲਾਂ ਦੇਸ਼ ਦੇ ਅੰਦਰੋਂ ਤੇ ਬਾਹਰ ਤੋਂ ਅਨਾਜ ਮਿਲ ਰਿਹਾ ਤੇ ਮਿਲ ਸਕਦਾ ਹੈ। ਇਹਦਾ ਕੀ ਰਿਜ਼ਲਟ ਕੱਢੀਏ? ਤੁਸੀਂ ਕੀ ਕੱਢਦੇ ਹੋ? ਤੁਹਾਡੀ ਸੋਚ ਦਾ ਤੁਹਾਨੂੰ ਪਤਾ ਹੈ, ਲੇਕਿਨ ਅਸੀਂ ਮੰਨਦੇ ਹਾਂ कि सरकार हर हीले एमएसपी तो भजना चाहती है और भजन लिए ग्राउंड तैयार किया जा रहा है। और इस वास्ते ये कानून लैके आते हैं ताकि किसानों 2 साल ਲਈ रेट वध दे के उस तो बाद किसान अपने घर ਦੇ ਵਿੱਚ ਜਦੋਂ ਵੱਧ रेट ਲੈਣਗੇ ਪਰ प्राइवेट कंपनियां ਦੇ ਰਾਹੀਂ
ਤਾਂ ਫਿਰ ਅਸੀਂ ਕਿਸਾਨਾਂ ਤੋਂ ਕਹਾ ਲਾਂਗੇ ਕਿ ਇਸ ਵੇਲੇ ਫਿਰ FCI ਦੀ ਤਾਂ ਲੋੜ ਨਹੀਂ ਕਿਸਾਨੋ ਤੁਹਾਨੂੰ, ਤੇ ਕਿਸਾਨ ਭੋਲਾ ਕਹੇਗਾ ਕਿ ਕੋਈ ਲੋੜ ਨਹੀਂ ਇਹਨਾਂ ਚੀਜ਼ਾਂ ਦੀ ਸਾਨੂੰ, ਤੇ ਤੁਸੀਂ ਫਿਰ ਇਹ FCI ਤੋੜੋਗੇ। ਜਿਹੜੀ ਤੁਸੀਂ MSP ਦੀ ਗੱਲ ਕਰਦੇ ਹੋ ਕਿ MSP ਦੇ ਰਹੇ ਹਾਂ, MSP ਬਹੁਤ ਫਸਲਾਂ ਤੇ ਦਿੱਤੀ ਹੈ, ਪਰ ਮੈਂ ਬੇਨਤੀ ਕਰਕੇ ਪੁੱਛਣਾ ਚਾਹੁੰਦਾ ਮਾਨਯੋਗ ਪ੍ਰਧਾਨ ਮੰਤਰੀ ਜੀ, ਖਰੀਦਦੇ ਕਿੰਨੀ ਹੋ? ਕੀ ਖਰੀਦੀ ਜਾਂਦੀ ਹੈ? ਮੱਕੀ ਤੇ MSP ਦਾ ਰੇਟ ਹੈ 1840 ਰੁਪਏ, ਤੇ ਕਿਸਾਨ ਵਿਚਾਰਾ ਵੇਚਣ ਲਈ ਮਜਬੂਰ ਹੋਇਆ 600 ਤੋਂ ਲੈ ਕੇ 1100 ਰੁਪਏ ਪ੍ਰਤੀ ਕੁਇੰਟਲ ਤੱਕ। ਕਿਉਂ? MSP ਨੇ ਦਿੱਤਾ ਕੁਛ? MSP ਤੈਅ ਕਰਦੇ ਜਾਓਗੇ, ਕੋਈ ਫਰਕ ਨਹੀਂ ਪੈਣਾ, ਲੇਕਿਨ MSC ਕੀ ਮੰਗ ਕਰਦੇ ਹਾਂ? ਅਸੀਂ ਇਹ ਮੰਗ ਕਰਦੇ ਹਾਂ ਕਿ MSP ਤੈਅ ਹੋਵੇ, MSP ਦੀ ਗਰੰਟੀ ਦਾ ਕਾਨੂੰਨ ਬਣੇ, ਤੇ MSP ਦੇ ਉੱਤੇ ਖਰੀਦਣ ਦਾ ਵੀ ਗਰੰਟੀ ਦਾ ਕਾਨੂੰਨ ਬਣੇ। ਅਸੀਂ ਇਹ ਮੰਗ ਕਰਦੇ ਹਾਂ ਤਾਂ ਕਿ ਸਾਡੇ ਕਿਸਾਨਾਂ ਦੀ ਫਸਲ ਵਿਕੇ। ਤੁਸੀਂ ਬਾਰ-ਬਾਰ ਕਹਿ ਰਹੇ ਹੋ ਕਿ ਅਸੀਂ ਦਾਲਾਂ ਖਰੀਦੀਆਂ, ਤੁਸੀਂ ਬਾਰ-ਬਾਰ ਕਹਿ ਰਹੇ ਹੋ ਕਿ ਅਸੀਂ ਹੋਰ ਬਹੁਤ ਕੁਝ ਖਰੀਦ ਰਹੇ ਹਾਂ, MSP ਦੇ ਖਰੀਦ ਰਹੇ ਹਾਂ। ਇਮਾਨਦਾਰੀ ਨਾਲ ਦੱਸੋ ਕਿ ਸਾਰੇ ਕਿਸਾਨਾਂ ਦੀਆਂ ਦਾਲਾਂ MSP ਤੇ ਖਰੀਦੀਆਂ ਜਾ ਰਹੀਆਂ। ਤੁਸੀਂ ਕਿਹਾ ਕਿ ਅਸੀਂ ਮੂੰਗੀ ਦਾ ਰੇਟ 5100 ਰੁਪਏ ਕਰਤਾ ਪ੍ਰਤੀ ਕੁਇੰਟਲ, ਪਰ ਕਿਸਾਨ ਦੀ ਜਿਸ ਵੇਲੇ ਪੈਦਾ ਹੁੰਦੀ ਹੈ, ਅਸੀਂ ਪੰਜਾਬ ਦੀ ਕਹਾਣੀ ਦੱਸਦੇ ਹਾਂ ਕਿ ਪੰਜਾਬ ਦਾ ਕਿਸਾਨ ਲਗਭਗ 4000 ਤੋਂ ਥੱਲੇ ਆਪਦੀ ਮੂੰਗੀ ਵੇਚਣ ਲਈ ਮਜਬੂਰ ਹੁੰਦਾ, ਇਸ ਭਾਅ ਤੇ ਵਿਕਦੀ ਹੈ। ਉਸ ਵੇਲੇ ਤੁਹਾਡੀ ਸਰਕਾਰੀ ਖਰੀਦ ਕਿੱਥੇ ਗਈ ਹੁੰਦੀ ਹੈ? ਅਸੀਂ ਮੰਗ ਕਰਦੇ ਹਾਂ ਜੇਕਰ ਕੋਈ ਵਪਾਰੀ MSP ਤੈਅਸ਼ੁਦਾ MSP ਤੋਂ ਘੱਟ ਰੇਟ ਤੇ ਸਾਡੀ ਫਸਲ ਖਰੀਦੇ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਕਾਨੂੰਨ ਬਣੇ। ਅਸੀਂ ਇਹ ਮੰਗ ਰਹੇ ਹਾਂ ਮੋਦੀ ਜੀ, ਲੇਕਿਨ ਤੁਸੀਂ ਸਾਨੂੰ ਕੀ ਕਹਿ ਰਹੇ ਹੋ? ਲਓ ਜੀ ਅਸੀਂ ਗਰੰਟੀ ਦਿੰਦੇ ਤੁਹਾਡੀ MSP ਰਹੇਗੀ। ਅਸੀਂ ਇਹ ਨਹੀਂ ਮੰਗਦੇ, ਅਸੀਂ ਇਹ ਮੰਗਦੇ ਹਾਂ ਕਿ ਗਰੰਟੀ ਵੀ ਹੋਵੇ ਕਿ MSP ਤੋਂ ਘੱਟ ਰੇਟ ਤੇ ਕੋਈ ਸਾਡੀ ਫਸਲ ਖਰੀਦ ਨਾ ਸਕੇ। ਕਾਨੂੰਨ ਬਣਾਉਣ 'ਚ ਕੀ ਇਤਰਾਜ਼ ਹੈ? ਸਰਕਾਰ ਕਾਨੂੰਨ ਬਣਾਉਣ ਤੋਂ क्यों भज रही है? ਸਾਨੂੰ ਇਹ ਸਮਝ नहीं आ रही। पिछली सरकार के समय गेहूं पर MSP थी 1400 रुपये प्रति क्विंटल। हमारी सरकार प्रति क्विंटल गेहूं पर 1975 रुपये MSP दे रही है। पिछली सरकार के समय धान पर MSP थी 1310 रुपये प्रति क्विंटल। हमारी सरकार प्रति क्विंटल धान पर करीब 1870 रुपये MSP दे रही है। मानयोग प्रधानमंत्री जी, आप जी ने अपने संबोधन के दौरान एक गल भी कही है कि साडी सरकार MSP बहुत बढ़ा दिता, बहुत बड़ा MSP देता लोगों को। असी 1925 रुपये कणक ते MSP दे रहे हैं, 1870 रुपये झोने ते MSP दे रहे हैं। कहा तुसीं प्रधानमंत्री जी, ये कोई तुसीं इक्को दिन नहीं बढ़ा के लैके आए। बहुत चिर पहला पिछे कने निगाह मारो, एक दिन यही कणक का रेट 76 रुपये सी, ते 76 रुपये तो वाधा वाधा ये रेट कित्थे आया है 1900 रुपये ते। किन्ना वध गया अंदाजा ला के दसोगा भला? ज़्यादा तो ज़्यादा 21 तो 22 गुणा वधिया है, ये हाल होया है। और बनदा की है हुण उहदे ते निगाह मार रही है जिहड़ी मैं दसनी चाहुंदा है। अगर सच्चियों ईमानदारी नाल स्वामीनाथन की रिपोर्ट लागू हुई हुंदी जां कीती है तां जिहड़ी कणक दा रेट है ये अज 4800 रुपया प्रति क्विंटल बनदा। प्रधानमंत्री जी 4800 रुपया प्रति क्विंटल। झोने का रेट अज के मुताबिक लागत खर्चों के मुताबिक लगभग 3400 रुपया प्रति क्विंटल बनता। क्यों कह रहा मैं प्रति क्विंटल बनता? झोने के उत्ते 2200 रुपया प्रति क्विंटल लागत खर्चा है। लागत खर्चा और किसान का श्रीमान जी लागत खर्चा 2200 तो तुसी दे रहे हो 1800। हजे कह रहे हो स्वामीनाथन की रिपोर्ट देती किसान को बहुत कुछ देता। कणक के उत्ते किसान का लागत खर्चा 3200 रुपया प्रति क्विंटल, 3200 ते दे रहे हो 1900। कह रहे हो बहुत मार्का मार लिया, बहुत बड़ा रेट देता। तो प्रधानमंत्री जी कृपा करो, अगर सचमुच स्वामीनाथन की रिपोर्ट दे रहे हो तो झोने का रेट 3300 रुपया देना बनता घट्टो घट्ट, तो जी नाल ही कणक का रेट अपना 4800 रुपया देना बनता। जोड़ा गन्ने का रेट है 788 रुपये प्रति क्विंटल बनता है, तो दे कितना रहे हो 310 रुपये। तो 310 भी खरीदिया नहीं जा रहा, उत्थे भी लुटिया जा रहा किसान। सो इस करके ये भी तुहाडी सच्चाई है जिहड़ी इन्हां गल्लां दे नाल स्पष्ट होंदी है, क्लीयर है कि तुसीं कर की रहे हो। और देशवासियों
ਤੁਹਾਨੂੰ ਵੀ ਪਤਾ ਹੈ ਆ ਸਾਰੀ ਕਹਾਣੀ ਸਾਰੀ ਗੱਲਬਾਤ ਦੇ ਵਿੱਚੋਂ ਤੁਹਾਡੇ ਸਾਹਮਣੇ ਜੋ ਗੱਲ ਨਿਕਲ ਕੇ ਆਈ ਹੈ ਕਿ ਸਾਡੇ ਪ੍ਰਧਾਨ ਮੰਤਰੀ ਜੀ ਨੇ ਇਸ ਸੰਬੋਧਨ ਦੇ ਵਿੱਚ ਭਾਸ਼ਣ ਦੇ ਵਿੱਚ ਕਿੰਨਾ ਸੱਚ ਬੋਲਿਆ ਹੈ ਤੇ ਕਿੰਨਾ ਝੂਠ ਬੋਲਿਆ ਹੈ ਇਹ ਤੁਸੀਂ ਦੇਖ ਲਿਆ। ਤੇ ਕਿਰਪਾ ਕਰਕੇ ਸਾਡੀ ਇਸ ਗੱਲਬਾਤ ਦੇ ਉੱਤੇ ਤੁਸੀਂ ਆਪਣੇ ਕਮੈਂਟ ਜ਼ਰੂਰ ਦਿਓ, ਸਾਨੂੰ ਪਤਾ ਲੱਗੇ ਕਿ ਜੋ ਅਸੀਂ ਲੜਾਈ ਲੜ ਰਹੇ ਹਾਂ ਕਿ ਅਸੀਂ ਜਾਇਜ਼ ਲੜਾਈ ਲੜ ਰਹੇ ਹਾਂ ਜਾਂ ਪ੍ਰਧਾਨ ਮੰਤਰੀ ਜੀ ਜੋ ਝੂਠ ਬੋਲ ਰਿਹਾ ਹੈ ਉਹਦੇ ਵਿੱਚ ਕਿੰਨਾ ਸੱਚਾਈ ਹੈ ਉਹ ਸਾਨੂੰ ਪਤਾ ਲੱਗ ਸਕੇ। कृषि सुधारों से जुड़ा एक और झूठ फैलाया जा रहा है एपीएमसी यानी हमारी मंडियों को लेकर के। हमने कानून में क्या किया है? हमने कानून में किसानों को आजादी दी है, नया विकल्प दिया है। मानयोग प्रधानमंत्री जी, आप जी ने एपीएमसी मंडी बारे कहा है कि मैं चाहना है कि मेरे देश के लोगों को, मेरे देश के किसानों को दूरा फायदा होवे, दूरा मौका मिले आपकी फसल ਨੂੰ ਵੱਖ-ਵੱਖ ਥਾਵਾਂ ਦੇ ਵੇਚਣ ਦਾ। किसान क्यों बज के ਇੱਕੋ ਥਾਂ ਤੇ फसल बेचे? ਤੁਸੀਂ ਇਹ ਕਿਹਾ ਹੈ। पर मानयोग प्रधानमंत्री जी, मैं आप जी ਨੂੰ ਇਹ ਹੱਥ ਜੋੜ ਕੇ ਨਿਵੇਦਨ ਕਰਦਾ ਕਿ ਸਰਕਾਰੀ ਮੰਡੀ ਦੇ ਵਿੱਚ ਹੀ ਕਿਉਂ ਨਹੀਂ ਵਪਾਰੀ ਖਰੀਦ ਸਕਦਾ? ਕਿਸਾਨ ਜੇ ਜਾਵੇ ਬਾਹਰ ਵੇਚਣ ਵਾਸਤੇ ਤੇ ਤੁਸੀਂ ਵਪਾਰੀ ਨੂੰ ਕਿਉਂ ਨਹੀਂ ਕਹਿੰਦੇ ਕਿ ਵੀ ਤੂੰ ਸਰਕਾਰੀ ਮੰਡੀ 'ਚ ਜਾ ਜਿਹੜੀ ਚੱਲ ਰਹੀ ਹੈ? ਤਾਂ ਸਾਡੀ ਭਾਵਨਾ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਨਿਗਰਾਨੀ ਦੇ ਹੇਠ ਫਸਲ ਵਿਕੇ, ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਨਿਗਰਾਨੀ ਦੇ ਹੇਠ ਹੀ ਸਾਡੀ ਫਸਲ ਤੁਲੇ, ਉੱਥੇ ਸਾਡਾ ਰਿਕਾਰਡ ਬਣੇ ਕਿ ਇੱਥੋਂ ਫਸਲ ਕਿਹਨੇ ਖਰੀਦੀ ਹੈ, ਕੌਣ ਰੋਕਦਾ ਉੱਥੋਂ ਵਪਾਰੀ ਨੂੰ ਖਰੀਦਣ ਤੋਂ, ਕਿਹਨੇ ਰੋਕਿਆ ਕਦੇ ਵਪਾਰੀ ਨੂੰ ਖਰੀਦਣ ਤੋਂ। ਇਹ ਬਹੁਤ ਚਿਰ ਤੋਂ ਇਹ ਵਿਵਸਥਾ ਚੱਲੀ ਆ ਰਹੀ ਹੈ। ਅੱਜ ਕੀ ਲੋੜ ਪੈ ਗਈ ਇਹ ਨਵਾਂ ਕਰਕੇ ਦੇਣ ਦੀ ਕਿ ਨਹੀਂ ਬਾਹਰ ਖਰੀਦੇ? ਬਾਹਰ ਖਰੀਦਣ ਦੇ ਵਾਸਤੇ ਜਿਹੜੀ ਤੁਸੀਂ ਨਵੀਂ ਨੀਤੀ ਲੈ ਕੇ ਆ ਰਹੇ ਹੋ ਇਹ ਬੜੀ ਕਲੀਅਰ ਤੇ ਸਪਸ਼ਟ ਹੈ। ਇਹਦਾ ਮਤਲਬ ਇਹ ਨਿਕਲਦਾ ਹੈ ਕਿ ਤੁਸੀਂ ਸਰਕਾਰੀ ਮੰਡੀ ਦੇ ਪੈਰਲਰ ਪ੍ਰਾਈਵੇਟ ਮੰਡੀ ਸਿਰਫ ਇਸ ਵਾਸਤੇ ਲਿਆ ਰਹੇ ਹੋ ਕਿ ਹੌਲੀ ਹੌਲੀ ਕਿਸਾਨਾਂ ਨੂੰ ਦੂਸਰੇ ਸਿਸਟਮਾਂ ਦੀ ਤਰ੍ਹਾਂ ਜਿਵੇਂ ਜੀਓ ਨੇ ਸੈਲਵਨ ਮਾਰਿਆ, ਜਿਵੇਂ ਪ੍ਰਾਈਵੇਟ ਹਸਪੀਟਲ ਨੇ ਸਰਕਾਰੀ ਹਸਪੀਟਲ ਮਾਰੇ, ਜਿਵੇਂ ਪ੍ਰਾਈਵੇਟ ਸਕੂਲਾਂ ਨੇ ਸਰਕਾਰੀ ਸਕੂਲ ਮਾਰੇ, ਜਿਵੇਂ ਪ੍ਰਾਈਵੇਟ ਟਰਾਂਸਪੋਰਟ ਨੇ ਸਰਕਾਰੀ ਟਰਾਂਸਪੋਰਟ ਦਾ ਬੇੜਾ ਗਰਕ ਕੀਤਾ, ਇਸੇ ਤਰ੍ਹਾਂ ਤੁਸੀਂ ਸਾਡਾ ਮੰਡੀ ਦਾ ਢਾਂਚਾ ਖਤਮ ਕਰਵਾਉਣਾ ਚਾਹੁੰਦੇ ਹੋ। ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ, ਕਿਰਪਾ ਕਰੋ। ਬਹੁਤ ਵਧੀਆ। ਅੱਜ ਕਰਨਾ ਕੀ ਬਣਦਾ ਪ੍ਰਧਾਨ ਮੰਤਰੀ ਜੀ? ਧਿਆਨ ਦਿਓ, ਕਰਨਾ ਕੀ ਬਣਦਾ ਹੈ। ਪੰਜਾਬ ਇੱਕ ਕੱਲੀ ਮੰਡੀ ਹੈ ਹਿੰਦੁਸਤਾਨ ਦੇ ਨਹੀਂ ਵਰਲਡ ਦੇ ਵਿੱਚ ਜਿਹੜੀ ਇਸ ਗੱਲ ਤੇ ਮੰਨੀ ਜਾਂਦੀ ਹੈ ਕਿ ਬਾਹਰਲੇ ਸਟੇਟਾਂ ਸਾਰੀਆਂ ਨਾਲੋਂ ਵਧੀਆ ਜੇ ਪ੍ਰਬੰਧ ਹੈ ਤਾਂ ਪੰਜਾਬ ਦੀਆਂ ਮੰਡੀਆਂ 'ਚ ਹੈ। ਤੁਸੀਂ ਯਾਦ ਕਰੋ, ਸਾਨੂੰ ਛੇੜਨ ਦੀ ਬਜਾਏ, ਸਾਡੀ ਮੰਡੀ ਤੋੜਨ ਦੀ ਬਜਾਏ ਸਾਨੂੰ ਨਾ ਛੇੜੋ। ਕਿਤੇ ਕਿਰਪਾ ਕਰਕੇ ਉਹ ਵਿਚਾਰੇ ਬਿਹਾਰ ਵਾਲੇ ਜਿਹੜੇ 700 ਨੂੰ 800 ਨੂੰ ਝੋਨਾ ਵੇਚਣ ਲਈ ਮਜਬੂਰ ਹੈ, ਇੱਕ ਵਾਰੀ ਉਹਨਾਂ ਨੂੰ ਪ੍ਰੋਗਰੈਸ ਦੇ ਦਿਓ, ਇਹ ਉਹਨਾਂ ਦਾ ਵਿਕਾਸ ਕਰ ਲਿਓ, ਫਿਰ ਅਸੀਂ ਆਪਣੇ ਆਪ ਮੰਗ ਲਾਂਗੇ ਵੀ ਸਾਨੂੰ ਵੀ ਦੇ ਦਿਓ। ਇਹ ਸਾਡਾ ਢਾਂਚਾ ਤੋੜ ਕੇ ਬਿਹਾਰ ਵਾਲਾ ਕਰਨ ਲੱਗੇ ਹੋ। ਇਹਦਾ ਮਤਲਬ ਕੀ ਨਿਕਲਦਾ ਹੈ ਕਿ ਦੇਸ਼ ਦੇ ਕਿਸਾਨ ਨੂੰ ਆਪਾਂ ਮਾਰਨਾ ਚਾਹੁੰਦੇ ਹਾਂ। ਤਾਂ ਮੇਰੇ ਵੀਰੋ, ਜਿਹੜੇ ਸਾਡੇ ਕਿਸਾਨ ਭਰਾਵਾਂ ਨੂੰ ਮੈਂ ਕਿ ਵੀ ਬੇਨਤੀ ਕਰੂੰਗਾ, ਸਾਡੇ ਆਮ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜੀ ਮੈਂ ਇਹ ਗੱਲ ਦੱਸ ਰਿਹਾ ਕਿਰਪਾ ਕਰਕੇ ਇਹਦੇ ਤੇ ਤੁਸੀਂ ਆਪਦੇ ਕਮੈਂਟ ਕਰਕੇ ਜ਼ਰੂਰ ਦੱਸਣ ਦਾ ਯਤਨ ਕਰਿਓ ਕਿ ਕੀ ਅਸੀਂ ਗਲਤ ਲੜਾਈ ਲੜ ਰਹੇ ਹਾਂ ਜਾਂ ਸਾਡੀ ਮੰਗ ਜਾਇਜ਼ ਹੈ।